ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪਿਆਰੇ ਦਾ ਪਿਆਰਾ, ਉਸ ਦਾ ਦੂਸਰਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੇਰਾ ਸਰੀਰ ਰਾਜਸੀ ਘਰ ਵਿੱਚ ਜੰਮਿਆ। ਮੇਰਾ ਪਿਤਾ ਇਸ ਤਪੇ ਦਾ ਮਾਲਕ ਸੀ ਤੇ ਆਪਣੇ ਜ਼ੋਰ ਤੇ ਬਲ ਨਾਲ ਉਦਾਲੇ ਦੇ ਸਾਰੇ ਤਪੇ ਤੇ ਹੁਕਮ ਕਰਦਾ ਸੀ। ਲਾਗ ਦੇ ਲੋਕਾਂ ਤੇ ਹੋਰ ਕੁੱਲਾਂ ਦੇ ਸਿਰਕੱਢਾਂ ਵਿੱਚ ਸਦਾ ਫਤਿਹ ਪਾਉਣ ਕਰਕੇ ਰਾਠ ਕਹਾਉਂਦਾ ਸੀ। ਮੇਰਾ ਸਰੀਰ ਉਸਦੇ ਘਰ ਬਹੁਤ ਸਿੱਖਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਿਵਾਰ ਵੱਲੋਂ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਸਮੇਂ ਵਿੱਚ ਤਾਂ ਕੁਛ ਡਰ ਕਰਕੇ, ਕੁਛ ਰੀਸ ਕਰਕੇ ਤੇ ਕੁਛ ਵਡਿਆਈ ਕਰਕੇ ਪਰਦਾ ਪ੍ਰਵਿਰਤ ਹੋ ਗਿਆ ਸੀ, ਪਰ ਪਿਤਾ ਦੇ ਭੁਜਬਲ ਦੇ ਤਾਣ ਮੈਂ ਨਿਰਭੈ ਸਾਂ ਤੇ ਆਪਣੀ ਪੁਰਾਣੀ ਕੁਲਾਰੀਤ ਮੁਜਬ ਸੁਤੰਤਰ ਸਾਂ। ਘੋੜਿਆਂ ਤੇ ਚੜ੍ਹੀ ਨਾ ਜੰਗਲਾਂ ਵਿੱਚ ਖੁਸ਼ ਫਿਰਦੀ ਸਾਂ, ਸ਼ਿਕਾਰ ਵੀ ਖੇਡਦੀ ਸਾਂ, ਨਿਸ਼ਾਨੇ ਫੁੰਡਦੀ ਤੇ ਨੇਜ਼ੇ ਵੀ ਪਰੋਂਦੀ ਸਾਂ। ਖੂੰਡੀ ਦੀ ਖੇਡ ਤੇ ਖਿੱਦੋ ਪੱਟੀ ਸਖੀਆਂ ਦੇ ਝੁੰਡ ਬਣਾ ਕੇ ਖੇਡਿਆ ਕਰਦੀ ਸਾਂ। ਗੱਲ ਕੀ ਮੇਰੇ ਲਈ ਸੰਸਾਰ ਸੁੱਖਾਂ ਤੇ ਮੌਜਾਂ ਦਾ ਇੱਕ ਅਖਾੜਾ ਸੀ। ਸਵੇਰ ਤੋਂ ਰਾਤ ਤੱਕ ਹੱਸਣਾ, ਖੇਡਣਾ, ਖਾਣਾ, ਦਾਤਾਂ ਦੇਣੀਆਂ, ਛੇੜਨਾ, ਮੌਜਾਂ ਵਿੱਚ ਮੱਤੇ ਦੌੜਨਾ, ਸੁੱਖਾਂ ਨਾਲ ਬੈਠਣਾ, ਜੌਂਕੀ ਸੋਹਣਾ। ਕੋਈ ਐਸਾ ਨਹੀਂ ਸੀ ਜੋ ਮੇਰੇ ਸੁੱਖ ਵਿੱਚ ਬੁਰਾ ਮੰਨਦਾ, ਜਾਂ ਜੇ ਮੰਨਦਾ ਤਾਂ ਕੁਛ ਬਿਰਕ ਸਕਦਾ। ਮਾਂ ਦੀ ਮੈਂ ਲਾਡਲੀ ਸਾਂ ਤੇ ਮਾਂ ਮੇਰੀ ਮੇਰੇ ਪਿਤਾ ਦੀ ਅਤ ਪਿਆਰੀ ਵਹੁਟੀ ਸੀ। ਇਸ ਕਰਕੇ ਪਿਤਾ ਨੂੰ ਮੈਂ ਵਧੀਕ ਦੁਲਾਰੀ ਸਾਂ। ਮਾਤਾ ਪਿਤਾ ਦੀ ਇੱਕੋ ਇੱਕ ਬੱਚੀ ਹੋਣ ਕਰਕੇ ਤਪੇ ਭਰ ਵਿੱਚ ਮੇਰੇ ਵਰਗਾ ਕੌਣ ਸੀ। ਪਰਜਾ ਪਰ ਮੈਂ ਵੱਡੀ ਸਾਂ ਤੇ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ ਤੇ ਭੈ ਦਾ ਕੁੰਡਾ ਨਹੀਂ ਧਰ ਸਕਦੇ ਸੀ। ਇਹਨਾਂ ਰੰਗਾਂ ਤੇ ਮੌਜਾਂ ਵਿੱਚ 18 ਹੁਨਾਲ ਤੇ 18 ਸਿਆਲ ਬੀਤ ਗਏ। ਨਾ ਪੁੰਨ ਤੇ ਨਾ ਪਾਪ ਦੀ ਮੈਨੂੰ ਸਾਰ ਪਈ। ਨਾ ਇਸਤਰੀ ਤੇ ਆਦਮੀ ਦਾ ਕੋਈ ਡੂੰਘਾ ਫਰਕ ਮੇਰੇ ਆਤਮਾ ਪਿਆ। ਮੇਰੇ ਜਾਣੇ ਦੁਨੀਆ ਸੁੱਖਾਂ ਖੇਲਾਂ ਦਾ ਥਾਂ ਸੀ, ਔਰ ਜੋ ਕੁਛ ਦਿਸਦਾ ਸੀ ਸਭ ਮੇਰੇ ਆਰਾਮ ਲਈ ਬਣਿਆ ਦਿਸਦਾ ਸੀ। ਮੈਂ ਸਾਰਾ ਦਿਨ ਹੱਸਦੀ, ਹਰੇਕ ਸਖੀ ਨਾਲ ਚੋਹਲ ਕਰਦੀ ਤੇ ਇਸ ਤਰ੍ਹਾਂ ਫਿਰਦੀ ਸਾਂ ਕਿ ਜਿਸ ਤਰ੍ਹਾਂ ਬਨਾਂ ਵਿੱਚ ਹਰਨੋਟੇ ਚੌਕੜੀਆਂ ਭਰਦੇ ਹਨ। ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿੱਚ ਜਾ ਬੈਠੀ ਤੇ ਕੂਕੀ, ਅਮੀਏ ਟੁੱਕ ਖੁਆਲ। ਉਸਨੇ ਘੁੱਟ ਕੇ ਛਾਤੀ ਨਾਲ ਲਾਉਣਾ ਤੇ ਨਿਆਣਿਆਂ ਵਾਂਗ ਆਪ ਗਰਾਈਆਂ ਮੇਰੇ ਮੂੰਹ ਦੇ ਕੇ ਰੋਟੀ ਖਵਾਉਣੀ। ਉੱਥੋਂ ਉੱਠੀ, ਦੁੱਧ ਦਾ ਛੰਨਾ ਪੀਤਾ ਤੇ ਚਣਿਓਟੀ ਪਲੰਗ ਤੇ ਧੜਮ ਛਾਲ ਮਾਰੀ, ਸਿਰਹਾਣੇ ਤੇ ਸਿਰ ਰੱਖਿਆ ਤੇ ਸੌਂ ਗਈ। ਰਾਤ ਭਰ ਪਾਸਾ ਨਹੀਂ ਕਦੇ ਲੀਤਾ, ਕਦੇ ਸੁਪਨਾ ਨਹੀਂ ਡਿੱਠਾ। ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੋਂ ਨਹੀਂ ਜਾਗਣ ਦਿੱਤਾ। ਚੀਤਾਂ ਵਿੱਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ ਤਾਂ ਛਾਲ ਮਾਰ ਕੇ ਉੱਠੀ, ਝੱਟ ਲੀੜੇ ਪਾਏ ਤਾਂ ਬਾਹਰ ਘੋੜੇ ਚੜੀ, ਸਖੀਆਂ ਦਾ ਸਮਾਜ ਨਾਲ ਲਿਆ ਤੇ ਜੂਹਾਂ ਬੰਨਾਂ ਨੂੰ ਉੱਡ ਗਈ। ਬੰਨਾਂ ਵਿੱਚ ਹੀ ਇਸ਼ਨਾਨ, ਉੱਥੇ ਹੀ ਖੇਡਾਂ। ਦੁਪਹਿਰ ਖਿੜਖਿੜ ਹੱਸਦੀ ਖੁਸ਼ੀ ਦੇ ਖੰਭਾਂ ਤੇ ਉੱਡਦੀ ਘਰ ਆਈ ਤੇ ਉਸੇ ਤਰ੍ਹਾਂ ਖਾਂਦੀ ਪੀਂਦੀ ਹੱਸਦੀ ਬੋਲਦੀ ਸੌਂ ਗਈ। ਲੋਡੇ ਪੈਰ ਪਿਤਾ ਨਾਲ ਪਿਆਰ ਕਰਦੀ ਉਹਦੇ ਸਾਹਮਣੇ ਘੋੜੇ ਤੇ ਚੜ੍ਹ ਕੇ ਫਿਰ ਖੇਡਾਂ ਦੇ ਪਿੜ ਵਿੱਚ ਜਾ ਪਹੁੰਚੀ। ਰਾਤ ਪਈ ਉਸੇ ਤਰ੍ਹਾਂ ਕਬੂਤਰ ਵਾਂਗ ਗੁਟਕਦੀ ਘਰ ਆ ਗਈ। ਚਾਨਣਾ ਸਾਥੋਂ ਜ਼ਰਾ ਵਿੱਥ ਤੇ ਸੀ, ਪਰ ਮੇਰਾ ਬੇੜਾ ਉੱਥੇ ਵੀ ਸੀ। ਮੇਰੇ ਪਿਤਾ ਨੂੰ ਲੋਕੀ ਭੂਈ ਨਾਈ ਦਾ ਸਾਈਂ ਕਹਿੰਦੇ ਸਨ, ਕਿਉਂਕਿ ਦਰਿਆ ਵਿੱਚ ਵੀ ਕੋਈ ਉਸਦੇ ਅੱਗੇ ਹੁੱਤ ਨਹੀਂ ਸੀ ਕਰਦਾ। ਇੱਕ ਦਿਨ ਮੈਂ ਸ਼ਿਕਾਰ ਨੂੰ ਗਈ। ਬਹੁਤ ਦੂਰੋਂ ਜੋ ਮੈਂ ਡਿੱਠਾ ਤਾਂ ਮੈਨੂੰ ਭੁਲਾਵਾ ਪਿਆ ਕਿ ਕੋਈ ਚਿਤਰਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ, ਤੱਕੋ ਹਾਂ ਕੀ ਹੈ। ਕਿੰਨੀਆਂ ਨੇ ਕਿਹਾ ਚਿਤਰਾ ਹੈ, ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ। ਇੱਕ ਨੇ ਕਿਹਾ ਪਾੜਾ ਨਾਮੇ ਹਰਨ ਹੈ। ਇੱਕ ਨੇ ਕਿਹਾ ਜ਼ਰਾ ਅੱਗੇ ਹੋ ਚੱਲੋ ਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿੱਚ ਜੋ ਜ਼ਿੰਦਗੀ ਦੇ ਚਾਅ ਮਲਾਰਾਂ ਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਚਲਵੇਂ ਉੱਠਦੇ ਸਨ,
ਉਹ ਇਹਨਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ। ਮੈਂ ਨਿਸ਼ਾਨਾ ਜਮਾ ਕੇ ਤੀਰ ਸੇਧਿਆ। ਜਦ ਮੈਂ ਚਲਾਉਣ ਲੱਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀਅ ਵਿੱਚ ਕੁਝ ਹੋਇਆ, ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸਾਂ, ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿੱਚ ਬੈਠਾ। ਉਹ ਜੀਵ ਉੱਠਿਆ ਨਹੀਂ, ਨੱਠਾ ਨਹੀਂ, ਉੱਥੇ ਹੀ ਦੋ ਕੁ ਪੁਆਟਣੀਆਂ ਲੈ ਕੇ ਬੇਹਿੱਲ ਹੋ ਗਿਆ। ਜਾਂ ਅਸੀਂ ਭੱਜ ਕੇ ਉੱਥੇ ਪਹੁੰਚੀਆਂ ਤਾਂ ਹਾਏ ਰੱਬਾ, ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇੱਕ ਆਦਮੀ ਸੀ। ਆਦਮੀ ਵੀ ਉਹ ਸੀ ਕਿ ਜਿਸ ਜਿਹੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜਵਾਨ ਤਾਂ ਚੰਗਾ ਸੀ, ਜਵਾਨ ਚੰਗੇ ਤੋਂ ਚੰਗੇ ਸਾਡੇ ਦਲ ਵਿੱਚ ਵੀ ਸਨ, ਪਰ ਉਹ ਕੁਝ ਹੋਰ ਵੀ ਸੀ ਤੇ ਪਤਾ ਨਹੀਂ ਕਿ ਉਹ ਹੋਰ ਕੀ ਸੀ। ਉਹ ਕੁਝ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਐਉਂ ਜਾਪੇ ਜੋ ਤੀਰ ਤਾਂ ਮੈਂ ਮਾਰਿਆ ਹੈ ਇਸ ਨੂੰ, ਪਰ ਵਿੰਨੀ ਮੈਂ ਆਪ ਗਈ ਹਾਂ। ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੇ, ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ ਲੱਗੇ, ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਕਿ ਜਿੱਡਾ ਚੰਗਾ ਉਹ ਲੱਗਾ। ਮੇਰੇ ਵੱਸ ਨਹੀਂ ਰਿਹਾ। ਮੈਂ ਜੋ ਸਭ ਤੋਂ ਉੱਚੀ ਆਪ ਨੂੰ ਜਾਣਦੀ ਸਾਂ, ਬੇਵੱਸ ਉਸ ਦੇ ਅੱਗੇ ਚੁਫਾਲ ਡਿੱਗ ਪਈ। ਹਾਂ, ਮੇਰਾ ਅਚੋਕ ਸਿਰ ਝੁਕ ਗਿਆ, ਮੇਰੇ ਅਜੁੜੇ ਹੱਥ ਜੁੜ ਗਏ, ਅਰ ਜੋ ਗੱਲ ਮੇਰੇ ਤੇ ਅੱਗੇ ਕਦੇ ਨਾ ਸੀ ਵਰਤੀ ਉਹ ਅੱਜ ਆ ਵਰਤੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਦੇ ਟੇਪੇ ਗਿਰਨ ਲੱਗ ਪਏ। ਉਸ ਮੋਹਿਨੀ ਮੂਰਤ ਦੇ ਸਰੀਰ ਵਿੱਚ ਤੀਰ ਖੁੱਭ ਰਿਹਾ ਸੀ ਤੇ ਉਸ ਤੀਰ ਦੀ ਜੜ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ। ਮੈਂ ਰੋਈ, ਕੰਬੀ। ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਔਰ ਉਸ ਛੇਕ ਨੂੰ ਜੋ ਮੇਰੇ ਹੀ ਮੂਰਖ ਹੱਥਾਂ ਨੇ ਪਾਇਆ ਸੀ ਬੰਦ ਕਰਨ ਲਈ ਘੁੱਟ ਕੇ ਫੜਿਆ। ਸਖੀਆਂ ਮੇਰੇ ਵਿੱਚ ਇਹ ਰੰਗ ਦੇਖ ਕੇ ਜੋ ਅੱਗੇ ਕਦੇ ਨਹੀਂ ਸਾਨੇ ਡਿੱਠਾ, ਮਾੜੀ ਨੂੰ ਦੌੜੀਆਂ, ਮਾੜੀ ਯਾਨੀ ਮਹਿਲ ਨੂੰ ਦੌੜੀਆਂ। ਮੈਂ ਇਕੱਲੀ ਰਹਿ ਗਈ। ਉਸ ਸੂਰਤ ਨੂੰ ਇਸ ਹਾਲ ਵਿੱਚ ਦੇਖ ਕੇ ਮੇਰਾ ਕਲੇਜਾ ਵੱਸ ਵਿੱਚ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਪੈਂਦੀ, ਪਰ ਮੇਰੇ ਨੈਣਾਂ ਵਿੱਚੋਂ ਪਾਣੀ ਦੀ ਧਾਰ ਨਹੀਂ ਖੜਾਉਂਦੀ ਸੀ। ਮੈਂ ਚਾਹੁੰਦੀ ਸਾਂ ਜੋ ਇਹ ਇੱਕ ਵੇਰ ਅੱਖਾਂ ਖੋਲ੍ਹੇ, ਪਰ ਮੇਰਾ ਹਿਆ ਨਹੀਂ ਪੈਂਦਾ ਸੀ ਕਿ ਮੈਂ ਉਸ ਨੂੰ ਹਿਲਾਵਾਂ। ਡਰ ਆਵੇ ਜੋ ਮੱਤਾ ਨੀਂਦ ਵਿੱਚ ਹੋਵੇ ਤੇ ਮੇਰੇ ਬੁਲਾਇਆਂ ਜਾਗ ਉੱਠੇ ਤੇ ਇਸ ਨੂੰ ਫਿਰ ਪੀੜ ਹੋਵੇ। ਇਸ ਵੇਲੇ ਮੇਰਾ ਜੀਅ ਕਰੇ ਕਿ ਇਸ ਦੀ ਪੀੜ ਮੈਨੂੰ ਆ ਜਾਵੇ, ਇਸ ਦਾ ਲਹੂ ਬੰਦ ਹੋ ਜਾਵੇ ਤੇ ਇਹ ਉੱਠ ਕੇ ਬੈਠ ਜਾਵੇ ਤੇ ਮੇਰੇ ਵੱਲ ਤੱਕ ਕੇ ਆਖੇ, ਹੇ ਮੁਟਿਆਰੇ, ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦਿੰਦਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣਾ ਗੋਲਾ ਬਣਾਵਾਂਗਾ। ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸ ਨੂੰ ਗਲਕੜੀ ਪਾ ਕੇ ਉਸ ਦੀ ਛਾਤੀ ਤੇ ਸਿਰ ਰੱਖ ਕੇ ਰੋ ਰੋ ਕੇ ਮਨਾ ਲਵਾਂਗੀ ਕਿ ਹੇ ਪਿਤਾ ਜੀ, ਮੈਂ ਇਸ ਦੀ ਬਾਂਦੀ ਹੋ ਗਈ ਹਾਂ, ਮੇਰੇ ਅਪਰਾਧ ਨੇ ਮੈਨੂੰ ਇਸ ਪਾਸ ਵੇਚ ਦਿੱਤਾ ਹੈ। ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦਾ ਗੋਲਾ ਬਣਾ ਦਿਓ ਤਾਂ ਵੀ ਮੇਰੀ ਭੁੱਲ ਦਾ ਬਦਲਾ ਨਹੀਂ ਮੁੱਕਦਾ ਜੇ। ਇਹ ਅੰਮੀ ਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿੱਚ ਖਿੜੀ ਹੋਈ ਖੁਸ਼ ਤੇ ਖੁੱਲ੍ਹਾਂ ਵਾਲੀ ਆਪ ਨੂੰ ਜਾਣਾਂਗੀ। ਇਸ ਵੇਲੇ ਕਲੇਜਾ ਉਛਲ ਰਿਹਾ ਸੀ ਤੇ ਮੇਰਾ ਇੱਕ ਹੱਥ ਉਸ ਦੇ ਸਰੀਰ ਤੇ ਇਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਥੱਕੀ ਹੋਈ ਨੂੰ ਮੇਰੀਆਂ ਟਹਿਲਣਾ ਪਲੋਸਿਆ ਕਰਦੀਆਂ ਸਨ। ਕਿੰਨਾ ਚਿਰ ਐਵੇਂ ਲੰਘ ਗਿਆ। ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ। ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵਸੇ ਫਿਰ ਮੇਰਾ ਸਿਰ ਉਹਨਾਂ ਪੈਰਾਂ ਤੇ ਜਾ ਪਿਆ ਔਰ ਮੇਰੇ ਝੰਨਾ ਵਾਂਗੂ ਉਛਲ ਰਹੇ ਨੈਣਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ। ਇਸ ਵੇਲੇ ਉਸਨੇ ਲੰਮਾ ਸਾਹ ਲੀਤਾ। ਮੈਂ ਸਿਰ ਝੁੱਕ ਕੇ ਦੇਖਿਆ ਤਾਂ ਉਸਨੇ ਅੱਖਾਂ ਖੋਲ੍ਹੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿੱਚ ਝਰਨਾੜ ਛਿੜ ਗਈ। ਕਾਹਨੂੰ ਕਦੇ ਮੈਂ ਇਹੋ ਜਿਹੀਆਂ ਅੱਖਾਂ ਵੇਖੀਆਂ ਸਨ। ਮੈਂ ਚਾਹੁੰਦੀ ਸਾਂ ਕਿ ਆਖਾਂ, ਹੇ ਸਭ ਤੋਂ ਉੱਚੇ ਮਨੁੱਖ, ਮੈਂ ਅਣਜਾਣੇ ਤੈਨੂੰ ਵਿੰਨ ਬੈਠੀ ਹਾਂ, ਪਰ ਆਪਣਾ ਦੋਸ਼ ਆਪ ਮੰਨਦੀ ਹਾਂ।
ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨਿਆ ਹੈ। ਉੱਠ ਔਰ ਮੇਰੀ ਛਾਤੀ ਇਸੇ ਨਾਲ ਵਿੰਨ ਕੱਤ, ਤੇ ਜੇ ਜਾਨ ਬਖਸ਼ੀ ਕਰੇ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਔਰ ਮੈਨੂੰ ਗੁਲਾਮ ਬਣਾ ਕੇ ਨਾਲ ਲੈ ਚੱਲ। ਮੈਂ ਸਾਰੀ ਉਮਰ ਦੀ ਤੇਰੀ ਬਾਂਦੀ ਹੋਈ, ਪਰ ਹਾਏ ਮੇਰਾ ਸੰਗ ਰੁਕ ਗਿਆ, ਮੈਂ ਬੋਲ ਨਾ ਸਕੀ। ਮੇਰੀਆਂ ਅੱਖਾਂ ਨੇ ਜੋ ਕੁਛ ਆਖਿਆ ਸੋ ਆਖਿਆ, ਔਰ ਉਸ ਦੀਆਂ ਅੱਖਾਂ ਨੇ ਜੋ ਵਾਚਿਆ ਸੋ ਵਾਚਿਆ। ਮੈਂ ਅਜੇ ਰੱਜ ਕੇ ਅੱਖੀਆਂ ਦੇਖੀਆਂ ਵੀ ਨਹੀਂ ਸਨ ਕਿ ਛੱਪਰ ਢਹਿ ਪਏ ਔਰ ਉਹ ਅੱਖਾਂ ਫਿਰ ਬੰਦ ਹੋ ਗਈਆਂ। ਮੇਰਾ ਪੈਰ ਘੁੱਟਣ ਵਾਲਾ ਹੱਥ ਹੁਣ ਉਸਦੇ ਚਿਹਰੇ ਤੇ ਪਹੁੰਚਾ। ਮਿੱਟੀ ਸਾਫ਼ ਕੀਤੀ, ਪੂੰਝਿਆ, ਜਿਕੂ ਮਾਂ ਡਾਢੇ ਚਾਵਾਂ ਨਾਲ ਮੇਰੇ ਚਿਹਰੇ ਤੇ ਹੱਥ ਫੇਰਦੀ ਸੀ। ਕੁਛ ਉਸ ਤਰ੍ਹਾਂ ਤੇ ਕੁਛ ਸੰਗ ਜਿਹੀ ਵਿੱਚ ਮੈਂ ਚਿਹਰੇ ਤੇ ਹੱਥ ਫੇਰਾਂ ਤੇ ਚਾਹਾਂ ਕਿ ਇਹ ਇੱਕ ਵੇਰ ਫਿਰ ਅੱਖਾਂ ਖੋਲ੍ਹ ਦੇਵੇ। ਮੇਰੀ ਆਸ ਪੂਰੀ ਹੋ ਗਈ। ਅੱਖਾਂ ਖੁੱਲ੍ਹ ਗਈਆਂ ਔਰ ਖੁੱਲ੍ਹ ਕੇ ਮੇਰੀਆਂ ਅੱਖਾਂ ਵਿੱਚ ਗੱਡ ਗਈਆਂ। ਮੇਰੇ ਨੈਣ ਝਮਕਣਾ ਭੁੱਲ ਗਏ। ਉਹ ਸਵਾਦ ਇਸ ਰੰਗ ਵਿੱਚ ਆਇਆ ਕਿ ਮੈਂ ਕਦੇ ਅੱਗੇ ਨਹੀਂ ਡਿੱਠਾ ਸੀ। ਮੈਨੂੰ ਇੱਕ ਤਰ੍ਹਾਂ ਦੀ ਬੇਸੁੱਧੀ ਹੋ ਗਈ। ਕੁਝ ਚਿਰ ਲੰਘਿਆ ਤਾਂ ਮੈਨੂੰ ਮਾਲੂਮ ਹੋਇਆ ਕਿ ਬੁੱਲ੍ਹ ਖੁੱਲ੍ਹਣ ਲੱਗੇ ਹਨ ਔਰ ਆਖਣ ਲੱਗੇ ਹਨ ਕਿ ਤੂੰ ਮੇਰੀ ਗੋਲੀ ਹੈ। ਬੁੱਲ੍ਹ ਖੁੱਲ੍ਹੇ ਔਰ ਬੋਲੇ, ਪਰ ਮੈਂ ਨਹੀਂ ਸਮਝ ਸਕੀ ਕੀ ਬੋਲੇ। ਹਾਂ, ਮੈਨੂੰ ਜੋ ਬੋਲੇ ਉਹ ਚੇਤੇ ਹੋ ਗਏ। ਸ੍ਰੀ ਵਾਹਿਗੁਰੂ, ਇੰਨੀ ਗੱਲ ਸੀ ਜੋ ਉਸਨੇ ਆਖੀ, ਪਰ ਮੈਂ ਉਸ ਵੇਲੇ ਨਹੀਂ ਸਮਝਦੀ ਸਾਂ ਕਿ ਇਹ ਕੀ ਆਖਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।